Good morning, beta. Today we are going to discuss accounting terminology. ਬੇਟਾ ਬੇਸਿਕ ਅਕਾਊਂਟਿੰਗ ਟਰਮਨੋਲੋਜੀ ਜਿਹੜੀਆਂ ਕਿ ਅਕਾਊਂਟਿੰਗ ਸਿਸਟਮ ਨੂੰ ਕਰਨ ਤੋਂ ਪਹਿਲਾਂ ਜਾਂ ਅਕਾਊਂਟਿੰਗ ਪਰਫਾਰਮ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਆਪਾਂ ਉਹ ਬੇਸਿਕ ਟਰਮਸ ਕਰਾਂਗੇ ਜਿਹੜੀਆਂ ਕਿ ਅਕਾਊਂਟ ਦੇ ਵਿੱਚ ਯੂਜ਼ ਹੋਣਗੀਆਂ ਜਾਂ ਜਿੱਥੇ ਅਲੱਗ-ਅਲੱਗ ਜਗ੍ਹਾ 'ਤੇ ਇਹਨਾਂ ਦੀ ਟਰਮ ਆਏਗੀ, ਬਟ ਇਹਨਾਂ ਦਾ ਨੂੰ ਮੀਨਿੰਗ ਪਤਾ ਹੋਣਾ ਜ਼ਰੂਰੀ ਹੈ। ਇਸ ਕਰਕੇ ਆਪਾਂ ਸਭ ਤੋਂ ਪਹਿਲੇ ਜਿਹੜੀਆਂ ਬੇਸਿਕ ਟਰਮਸ ਨੇ ਇਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਬੇਟਾ ਪ੍ਰੋਪਰਾਈਟਰ ਕੌਣ ਹੁੰਦਾ ਹੈ? ਬਿਜ਼ਨਸ ਦਾ ਮਾਲਕ ਜਾਂ ਓਨਰ, ਜਿੰਨੇ ਬਿਜ਼ਨਸ ਨੂੰ ਹੋਲਡ ਕੀਤਾ ਹੈ ਜਾਂ ਜਿੰਨੇ ਬਿਜ਼ਨਸ ਨੂੰ ਬਣਾਇਆ ਹੈ। ਇਟ ਇਜ਼ ਦਾ ਪਰਸਨ ਹੂ ਇਨੀਸ਼ੀਏਟਡ ਟੂ ਸਟਾਰਟ ਏ ਬਿਜ਼ਨਸ ਬਾਈ ਇਨਵੈਸਟਿੰਗ ਮਨੀ ਐਂਡ ਮਨੀਜ਼ ਵਰਥ, ਕਿ ਜਿੰਨੇ ਪੈਸਾ ਲਾ ਕੇ ਬਿਜ਼ਨਸ ਨੂੰ ਅਸਟੈਬਲਿਸ਼ ਕੀਤਾ ਹੈ ਜਾਂ ਜਿਹਨੇ ਇਨੀਸ਼ੀਏਟਿਵ ਲਿਆ ਹੈ ਬਿਜ਼ਨਸ ਨੂੰ ਬਣਾਉਣ ਦਾ, ਚਲਾਉਣ ਦਾ, ਸਟਾਰਟ ਕਰਨ ਦਾ, ਉਹਨੂੰ ਕੀ ਬੋਲਾਂਗੇ ਆਪਾਂ? ਪ੍ਰੋਪਰਾਈਟਰ। ਫੋਰ ਐਗਜ਼ਾਮਪਲ ਕਿ ਜੇਕਰ ਇੱਕ ਸੋਲ ਪ੍ਰੋਪਰਾਈਟਰਸ਼ਿਪ ਹੈ, ਜਿਵੇਂ ਕਿ ਸਿੰਗਲ ਪਰਸਨ ਦਾ ਜਿਹੜਾ ਬਿਜ਼ਨਸ ਹੁੰਦਾ ਉਹਨੂੰ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਬੋਲਦੇ ਹਾਂ। ਉਹਦੇ ਵਿੱਚ ਜਿਹੜਾ ਸਿੰਗਲ ਪਰਸਨ ਹੋਏਗਾ ਉਹ ਪ੍ਰੋਪਰਾਈਟਰ ਹੋਏਗਾ। ਜੇਕਰ ਪਾਰਟਨਰਸ਼ਿਪ ਫਰਮ ਹੈ ਉਹਦੇ ਵਿੱਚ ਜਿੰਨੇ ਪਾਰਟਨਰ ਨੇ ਉਹਨਾਂ ਨੂੰ ਆਪਾਂ ਪ੍ਰੋਪਰਾਈਟਰ ਬੋਲਾਂਗੇ। 2 ਪਾਰਟਨਰ ਨੇ, 3 ਪਾਰਟਨਰ ਨੇ, 4 ਪਾਰਟਨਰ, ਜਿੰਨੇ ਵੀ ਪਾਰਟਨਰ ਨੇ ਸਾਰੇ ਪ੍ਰੋਪਰਾਈਟਰ ਹੋਣਗੇ। ਇਨ ਕੇਸ ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਹੋਲਡਰਸ ਨੇ, ਕਿਉਂਕਿ ਉਹਨਾਂ ਨੇ ਪੈਸਾ ਇਨਵੈਸਟ ਕੀਤਾ ਹੋਇਆ ਕੰਪਨੀ ਦੇ ਵਿੱਚ, ਉਹ ਬਿਜ਼ਨਸ ਦੇ ਪ੍ਰੋਪਰਾਈਟਰ ਹੋਣਗੇ। ਸੈਕੰਡ ਪੁਆਇੰਟ ਬੇਟਾ ਆਪਣੇ ਕੋਲ ਹੈ ਬਿਜ਼ਨਸ ਟ੍ਰਾਂਜੈਕਸ਼ਨ, ਕਿ ਕਿਹੜੀਆਂ ਟ੍ਰਾਂਜੈਕਸ਼ਨਸ ਨੂੰ ਆਪਾਂ ਬਿਜ਼ਨਸ ਟ੍ਰਾਂਜੈਕਸ਼ਨ ਬੋਲਾਂਗੇ। ਇਹ ਬਿਜ਼ਨਸ ਟ੍ਰਾਂਜੈਕਸ਼ਨ ਮੀਨਸ ਟ੍ਰਾਂਸਫਰ ਆਫ ਗੁੱਡਸ ਔਰ ਸਰਵਿਸਿਸ ਔਰ ਕੈਸ਼ ਔਰ ਐਨੀ ਅਦਰ ਬੈਨੀਫਿਟ ਬਿਟਵੀਨ ਬਿਜ਼ਨਸ ਐਂਡ ਆਊਟਸਾਈਡਰ। ਕੋਈ ਵੀ ਬਿਜ਼ਨਸ ਦੇ ਦੌਰਾਨ ਤੇ ਆਊਟਸਾਈਡਰ ਦੇ ਦਰਮਿਆਨ ਟ੍ਰਾਂਜੈਕਸ਼ਨ ਜਾਂ ਕੈਸ਼ ਦੇ ਵਿੱਚ ਜਾਂ ਨੋਨ ਕੈਸ਼ ਹੋਏਗੀ। ਮੀਨਸ ਕੈਸ਼ ਮੀਨਸ ਕਿ ਉਸੇ ਟਾਈਮ ਆਪਾਂ ਉਹਨਾਂ ਨੂੰ ਕੈਸ਼ ਪੇ ਕਰਦਾ ਜੋ ਗੁੱਡਸ ਦੇ ਰਿਹਾ ਜਾਂ ਸਰਵਿਸ। ਗੁੱਡਸ ਮੀਨਸ ਕਿ ਫਿਜ਼ੀਕਲ ਕੋਈ ਐਗਜ਼ਿਸਟੈਂਸ ਜਿਸ ਚੀਜ਼ ਦੀ ਆਪਾਂ ਉਹਨੂੰ ਟ੍ਰਾਂਸਫਰ ਕਰ ਰਹੇ ਹਾਂ। ਫੋਰ ਐਗਜ਼ਾਮਪਲ ਕਿਸੇ ਦਾ ਫਰਨੀਚਰ ਦਾ ਬਿਜ਼ਨਸ ਹੈ ਜਾਂ ਕੋਈ ਮਸ਼ੀਨਰੀ ਦਾ ਬਿਜ਼ਨਸ ਹੈ ਜਾਂ ਕਿਸੇ ਦਾ, ਇਸ ਤੋਂ ਇਲਾਵਾ ਕੋਈ ਵੀ ਬਿਜ਼ਨਸ ਜਿਹੜੀਆਂ ਕਿ ਫਿਜ਼ੀਕਲ ਫਾਰਮ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ। ਸਰਵਿਸਿਸ ਮੀਨਸ ਕਿ ਕੋਈ ਡਾਕਟਰ ਹੈ, ਲਾਇਰ ਹੈ, ਉਹ ਜੋ ਸਰਵਿਸਿਸ ਦੇ ਬਦਲੇ ਦੇ ਵਿੱਚ ਰਿਸੀਵ ਕਰ ਰਿਹਾ ਹੈ, ਜੇਕਰ ਤਾਂ ਉਹ ਇਮੀਡੀਏਟਲੀ ਰਿਸੀਵ ਕਰ ਰਿਹਾ ਉਹਨੂੰ ਕੈਸ਼ ਸਰਵਿਸਿਸ ਬੋਲਾਂਗੇ, ਅਦਰਵਾਈਜ਼ ਉਹਨੂੰ ਕ੍ਰੈਡਿਟ ਸਰਵਿਸਿਸ ਬੋਲਾਂਗੇ। ਜੇਕਰ ਉਹਦੀ ਪੇਮੈਂਟ ਇਮੀਡੀਏਟਲੀ ਨਹੀਂ ਹੋਏਗੀ, ਉਸ ਤੋਂ ਬਾਅਦ ਹੋਏਗੀ, ਉਹਨੂੰ ਆਪਾਂ ਬਾਅਦ ਚੋਂ ਪੇ ਕਰਾਂਗੇ। ਹਾਂਜੀ, ਦੋ ਤਰ੍ਹਾਂ ਦੀਆਂ ਨੇ, ਕੈਸ਼ ਟ੍ਰਾਂਜੈਕਸ਼ਨ ਐਂਡ ਕ੍ਰੈਡਿਟ ਟ੍ਰਾਂਜੈਕਸ਼ਨਸ। ਕੈਸ਼ ਟ੍ਰਾਂਜੈਕਸ਼ਨ ਨੂੰ ਆਪਾਂ ਡਿਸਕਸ ਦੋਨੋਂ ਨੂੰ ਕਰ ਚੁੱਕੇ ਹਾਂ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਹੈ ਕੈਪੀਟਲ। ਹਾਂਜੀ, ਕੈਪੀਟਲ ਉਹ ਵਾਲੀ ਅਮਾਊਂਟ ਹੈ ਜੋ ਪ੍ਰੋਪਰਾਈਟਰ ਦੁਆਰਾ ਬਿਜ਼ਨਸ ਦੇ ਵਿੱਚ ਇਨਵੈਸਟ ਕੀਤੀ ਜਾਵੇਗੀ। ਫੋਰ ਐਗਜ਼ਾਮਪਲ ਸੋਲ ਪ੍ਰੋਪਰਾਈਟਰਸ਼ਿਪ ਹੈ, ਉਹਨੇ 10 ਲੱਖ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ, ਜੋ 10 ਲੱਖ ਉਹਨੇ ਇਨਵੈਸਟ ਕੀਤਾ ਉਹਨੂੰ ਕੀ ਬੋਲਾਂਗੇ ਆਪਾਂ? ਕੈਪੀਟਲ। ਬਟ ਇਨ ਕੇਸ ਆਫ ਪਾਰਟਨਰਸ਼ਿਪ, ਜੇਕਰ 3 ਪਾਰਟਨਰ ਨੇ A, B ਐਂਡ C, ਤਿੰਨੋਂ 1 ਲੱਖ ਇਨਵੈਸਟ ਕਰ ਰਹੇ ਨੇ, 3 ਲੱਖ ਕੀ ਹੋ ਗਈ ਉਹਨਾਂ ਦੀ ਟੋਟਲ ਕੈਪੀਟਲ, ਕਿ ਜੋ ਉਹਨਾਂ ਨੇ ਇਨਵੈਸਟ ਕੀਤੀ ਹੈ ਬਿਜ਼ਨਸ ਨੂੰ ਚਲਾਉਣ ਦੇ ਲਈ, ਉਹਨੂੰ ਕੀ ਬੋਲਾਂਗੇ ਆਪਾਂ? ਕੈਪੀਟਲ। ਨੈਕਸਟ ਕੀ ਹੈ ਬੇਟਾ? ਫੋਰਥ ਪੁਆਇੰਟ ਤੁਹਾਡੇ ਕੋਲ ਡਰਾਇੰਗਸ ਉਹ ਵਾਲੀ ਅਮਾਊਂਟ ਹੈ ਜਿਹੜੀ ਓਨਰਸ ਦੇ ਦੁਆਰਾ ਬਿਜ਼ਨਸ ਦੇ ਵਿੱਚੋਂ ਆਪਣੇ ਪਰਸਨਲ ਯੂਜ਼ ਦੇ ਲਈ ਵਿਡਰਾਅ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਤੁਸੀਂ ਬਿਜ਼ਨਸ ਦੇ ਵਿੱਚੋਂ ਆਪਣੀ ਕੋਈ ਕਾਰ ਬਾਏ ਕੀਤੀ ਹੈ, ਜਿਹੜੀ ਤੁਸੀਂ ਕਾਰ ਬਾਏ ਕਰਨ ਦੇ ਲਈ ਕੈਸ਼ ਵਿਡਰਾਅ ਕੀਤਾ ਹੈ, ਉਹ ਕੀ ਹੋ ਗਈ? ਤੁਹਾਡੀ ਡਰਾਇੰਗਸ ਹੋ ਗਈ। ਜਾਂ ਕੋਈ ਵੀ ਆਪਣਾ ਪਰਸਨਲ ਐਕਸਪੈਂਸ ਕਰਦੇ ਜੀ ਬਿਜ਼ਨਸ ਦੇ ਵਿੱਚੋਂ, ਤਾਂ ਉਹਨੂੰ ਕੀ ਬੋਲਾਂਗੇ ਆਪਾਂ? ਡਰਾਇੰਗਸ। ਨੈਕਸਟ ਬੇਟਾ ਕੀ ਆਪਣੇ ਕੋਲ? ਗੁੱਡਸ ਅਕਾਊਂਟ। ਗੁੱਡਸ ਕੀ ਹੈ? ਉਹ ਵਾਲੀਆਂ ਗੁੱਡਸ ਜਾਂ ਸਰਵਿਸਿਸ ਜਿਹੜੀਆਂ ਕਿ ਬਿਜ਼ਨਸ ਦੇ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਨੇ। ਐਂਡ ਕਾਮਨਲੀ ਅੰਡਰਸਟੂਡ ਦਾ ਟਰਮ ਗੁੱਡਸ ਇਨਕਲੂਡ ਐਵਰੀ ਟਾਈਪ ਆਫ ਪ੍ਰੋਪਰਟੀ ਸੱਚ ਐਜ ਫਰਨੀਚਰ, ਬਿਲਡਿੰਗ, ਇਨਵੈਸਟਮੈਂਟ, ਕਲੋਥ, ਸ਼ੂਜ਼। ਇਨ ਅਕਾਊਂਟਿੰਗ ਕਿ ਆਪਾਂ ਜੇਕਰ ਬੇਸਿਕ ਦੇਖੀਏ ਤਾਂ ਗੁੱਡਸ ਦੇ ਵਿੱਚ ਕੀ ਆਉਂਦਾ ਹੈ? ਸਾਰਾ ਕੁਛ ਹੀ ਆਉਂਦਾ ਹੈ। ਕੋਈ ਵੀ ਵਸਤੂ ਜਿਹਦੀ ਫਿਜ਼ੀਕਲ ਫਾਰਮ ਦੇ ਵਿੱਚ ਐਗਜ਼ਿਸਟੈਂਸ ਹੈ, TV, ਕਾਰ, ਕਲੌਕ, ਬੈੱਡ, ਕੋਈ ਵੀ ਆਪਣੇ ਕੋਲ ਵਸਤੂ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਗੁੱਡਸ ਬੋਲਦੇ ਹਾਂ। ਬਟ ਇਨ ਅਕਾਊਂਟਿੰਗ ਟਰਮ ਇਟਸ ਮੀਨਿੰਗ ਇਜ਼ ਰਿਸਟ੍ਰਿਕਟਡ ਟੂ ਓਨਲੀ ਦੋਜ਼ ਆਰਟੀਕਲ ਵਿਚ ਆਰ ਪਰਚੇਜ਼ਡ ਬਾਈ ਟ੍ਰੇਡਰ ਫॉर ਰੀਸੇਲ, ਕਿ ਉਹ ਵਾਲੀਆਂ ਵਸਤੂਆਂ ਗੁੱਡਸ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਰੀਸੇਲ ਕਰਨ ਦੇ ਲਈ ਖਰੀਦਦੇ ਹਾਂ। ਗੁੱਡਸ ਦੇ ਵਿੱਚ ਕੀ ਆਏਗਾ? ਜਿਹੜੀਆਂ ਵਸਤੂਆਂ ਟ੍ਰੇਡਰਸ ਦੇ ਦੁਆਰਾ ਰੀਸੇਲ ਕਰਨ ਦੇ ਲਈ ਬਾਏ ਕੀਤੀਆਂ ਜਾਣਗੀਆਂ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਕੀ ਹੈ? ਪਰਚੇਜ਼ਸ ਦੇ ਵਿੱਚ ਵੀ ਉਹ ਵਾਲੀਆਂ ਗੁੱਡਸ ਐਂਡ ਸਰਵਿਸਿਸ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਫਰਦਰ ਸੇਲ ਦੇ ਪਰਪਸ ਦੇ ਨਾਲ ਬਾਏ ਕਰਦੇ ਹਾਂ। ਜੇਕਰ ਆਪਣਾ ਜਿਵੇਂ ਫਰਨੀਚਰ ਦਾ ਬਿਜ਼ਨਸ ਹੈ ਤਾਂ ਆਪਾਂ ਫਰਨੀਚਰ ਦੇ ਲਈ ਜੋ ਫਰਨੀਚਰ ਪਰਚੇਜ਼ ਕਰ ਰਹੇ ਹਾਂ ਪਿੱਛੋਂ ਫਰਮ ਤੋਂ, ਕਿਸੇ ਤੋਂ ਵੀ ਪਰਚੇਜ਼ ਕਰਕੇ ਫਰਦਰ ਉਹਨੂੰ ਰੀਸੇਲ ਕਰਨਾ ਹੈ, ਤਾਂ ਉਹਨੂੰ ਕੀ ਬੋਲਾਂਗੇ ਆਪਾਂ? ਪਰਚੇਜ਼ਸ। ਬਟ ਇਨ ਕੇਸ ਕਿ ਆਪਣਾ ਬਿਜ਼ਨਸ ਹੈ
ਆਪਣਾ ਹੋਰ ਕੋਈ ਮਤਲਬ ਕਿ ਆਪਣਾ ਕੋਈ ਕਾਰ ਸੇਲਿੰਗ ਦਾ ਬਿਜ਼ਨਸ ਹੈ, ਬਟ ਆਪਾਂ ਫਰਨੀਚਰ ਆਪਣੇ ਆਫਿਸ ਯੂਜ਼ ਦੇ ਲਈ ਕਰ ਰਹੇ ਹਾਂ, ਤਾਂ ਉਹ ਪਰਚੇਜ਼ਸ ਦੇ ਵਿੱਚ ਨਹੀਂ ਆਏਗਾ। ਉਹ ਵਾਲੀਆਂ ਵਸਤੂਆਂ ਜਿਹੜੀਆਂ ਆਪਾਂ ਰੀਸੇਲ ਪਰਪਸ ਦੇ ਲਈ ਆਪਾਂ ਬਾਏ ਕਰਾਂਗੇ ਉਹਨੂੰ ਕੀ ਬੋਲਾਂਗੇ ਆਪਾਂ ਪਰਚੇਜ਼ਸ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਸੇਲਸ। ਸੇਲਸ ਮੀਨਸ ਕਿ ਜੋ ਵਸਤੂਆਂ ਆਪਾਂ ਪਰਚੇਜ਼ ਕੀਤੀਆਂ ਹੈ ਉਹਨਾਂ ਨੂੰ ਸੇਲ ਕਰਕੇ ਜੋ ਆਪਾਂ ਨੂੰ ਵੈਲਿਊ ਰਿਲਾਈਜ਼ ਹੋਏਗੀ, ਜਿਵੇਂ ਕਿ ਆਪਾਂ ਫਰਨੀਚਰ ਦੀ ਐਗਜ਼ਾਮਪਲ ਲਈ ਸੀਗੀ, ਫਰਨੀਚਰ ਜੋ ਪਰਚੇਜ਼ ਕੀਤਾ ਸੀਗਾ ਉਹਨੂੰ ਫਰਦਰ ਆਪਾਂ ਕਿਸੇ ਨੂੰ ਸੇਲ ਕਰਾਂਗੇ ਨਾ, ਤਾਂ ਉਹ ਤੋਂ ਜੋ ਆਪਾਂ ਨੂੰ ਅਮਾਊਂਟ ਰਿਲਾਈਜ਼ ਹੋਏਗੀ ਉਹਨੂੰ ਕੀ ਬੋਲਾਂਗੇ ਆਪਾਂ, ਸੇਲਸ। ਠੀਕ ਹੈ ਜੀ, ਇਹ ਸੇਲ ਹੈ, ਕੈਸ਼ ਵੀ ਹੋ ਸਕਦੀ ਹੈ ਅਤੇ ਕ੍ਰੈਡਿਟ ਵੀ ਹੋ ਸਕਦੀ ਹੈ। ਕੈਸ਼ ਮੀਨਸ ਕਿ ਜਿਹਨੂੰ ਆਪਾਂ ਗੁੱਡਸ ਸੇਲ ਕੀਤੀਆਂ ਸੀਗੀਆਂ ਉਹਨੇ ਆਪਾਂ ਨੂੰ ਇਮੀਡੀਏਟਲੀ ਕੈਸ਼ ਪੇ ਕਰਤਾ, ਤਾਂ ਉਹਨੂੰ ਕੀ ਬੋਲਾਂਗੇ ਆਪਾਂ, ਕੈਸ਼ ਸੇਲਸ। ਬਟ ਜੇਕਰ ਉਹਨੇ ਉਸ ਟਾਈਮ 'ਤੇ ਆਪਾਂ ਨੂੰ ਇਮੀਡੀਏਟਲੀ ਕੈਸ਼ ਪੇ ਨਹੀਂ ਗਾ ਕਰਿਆ ਤਾਂ ਉਹਨੂੰ ਕੀ ਬੋਲਾਂਗੇ ਆਪਾਂ, ਕ੍ਰੈਡਿਟ ਸੇਲਸ। ਠੀਕ ਹੈ ਜੀ, ਇਹ ਦੋਨੋਂ ਚੀਜ਼ਾਂ ਧਿਆਨ 'ਚ ਰੱਖਣੀਆਂ, ਕੈਸ਼ ਸੇਲ ਅਤੇ ਕ੍ਰੈਡਿਟ ਸੇਲਸ। ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਪਰਚੇਜ਼ ਰਿਟਰਨ ਜਾਂ ਰਿਟਰਨ ਆਊਟਵਰਡ। ਪਰਚੇਜ਼ ਕਿ ਤੁਹਾਨੂੰ ਪਤਾ ਕਿ ਜੋ ਆਪਾਂ ਕਿਸੇ ਤੋਂ ਬਾਏ ਕੀਤਾ ਉਹਨੂੰ ਕੀ ਬੋਲਦੇ ਆਪਾਂ, ਪਰਚੇਜ਼। ਰਿਟਰਨ ਮੀਨਸ ਕਿ ਜੇਕਰ ਜਿਹੜੀਆਂ ਆਪਾਂ ਵਸਤੂਆਂ ਬਾਏ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਕੋਈ ਡਿਫੈਕਟ ਨਿਕਲ ਆਉਂਦਾ ਹੈ ਜਾਂ ਅਪ ਟੂ ਕੁਆਲਿਟੀ ਨਹੀਂ ਨਿਕਲਦੀਆਂ ਜੋ ਕਿ ਸੈਲਰ ਨੇ ਆਪਣੇ ਨਾਲ ਕਮਿਟਮੈਂਟ ਕੀਤੀ ਸੀਗੀ, ਤਾਂ ਆਪਾਂ ਉਹਨੂੰ ਕੀ ਆ, ਰਿਟਰਨ ਕਰ ਦਾਂਗੇ ਵਾਪਸ। ਜਿਸ ਤੋਂ ਆਪਾਂ ਪਰਚੇਜ਼ ਕੀਤੀਆਂ ਸੀ ਉਹਨੂੰ ਵਾਪਸ ਕਰ ਦਾਂਗੇ। ਉਹ ਕੀ ਹੋ ਗਿਆ ਆਪਣਾ, ਪਰਚੇਜ਼ ਰਿਟਰਨ। ਸੇਮ ਵੇ ਦੇ ਨਾਲ ਸੇਲਸ ਰਿਟਰਨ। ਸੇਲਸ ਰਿਟਰਨਸ ਕਿ ਆਪਾਂ ਕਿਸੇ ਨੂੰ ਸੈੱਲ ਕੀਤੀਆਂ ਗੁੱਡਸ, ਕਿ ਜੋ ਆਪਾਂ ਪਰਚੇਜ਼ ਕੀਤੀਆਂ ਸੀ ਉਹ ਸੈੱਲ ਕਰ ਦਿੰਦੀਆਂ ਫਰਦਰ। ਇਨ ਕੇਸ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਉਹ ਜੋ ਕੁਆਲਿਟੀ ਐਕਸਪੈਕਟ ਕਰ ਰਿਹਾ ਸੀ ਉਹ ਸੇਮ ਕੁਆਲਿਟੀ ਦੀਆਂ ਨਹੀਂ ਨਿਕਲਦੀਆਂ, ਤਾਂ ਆਪਾਂ ਜਿਹਨੂੰ ਸੈੱਲ ਕੀਤੀਆਂ ਉਹਨੇ ਆਪਾਂ ਨੂੰ ਵਾਪਸ ਕਰਤੀਆਂ। ਉਹ ਕੀ ਹੋ ਗਿਆ ਆਪਣੇ ਕੋਲ, ਸੇਲਸ ਰਿਟਰਨ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਸਟਾਕ। ਸਟਾਕ ਉਹ ਵਾਲਾ ਪੋਰਸ਼ਨ ਹੈ ਗੁੱਡਸ ਦਾ ਜਿਹੜਾ ਕਿ ਮਾਰਕੀਟ ਦੇ ਵਿੱਚ ਸੋਲਡ ਆਊਟ ਨਹੀਂ ਹੋਇਆ। ਆਪਾਂ ਪਰਚੇਜ਼ ਕੀਤਾ ਸੀਗਾ, ਮੰਨ ਲਓ 100 ਯੂਨਿਟ ਕਿਸੇ ਵਸਤੂਆਂ ਦੇ ਜਾਂ ਗੁੱਡਸ ਦੇ ਪਰਚੇਜ਼ ਕੀਤੇ, ਉਹਦੇ ਵਿੱਚੋਂ ਆਪਣੇ 80 ਸੈੱਲ ਹੋ ਗਏ, ਬਾਕੀ ਜੋ 20 ਬਚੇ ਨੇ ਉਹਨੂੰ ਕੀ ਬੋਲਾਂਗੇ ਆਪਾਂ, ਸਟਾਕ। ਹਾਂਜੀ, ਸਟਾਕ ਦੀਆਂ ਅਲੱਗ-ਅਲੱਗ ਟਾਈਪਸ ਨੇ, ਉਹਨਾਂ ਨੂੰ ਡਿਸਕਸ ਕਰਦੇ ਹਾਂ ਜੀ। ਸਟਾਕ ਆਫ ਰॉ ਮਟੀਰੀਅਲ, ਕਿ ਜੇਕਰ ਆਪਾਂ ਕੋਈ ਕੱਚਾ ਮਾਲ ਖਰੀਦਿਆ ਹੋਇਆ ਸੀਗਾ ਆਪਣੀਆਂ ਵਸਤੂਆਂ ਨੂੰ ਬਣਾਉਣ ਦੇ ਲਈ, ਉਹਨੂੰ ਕੀ ਬੋਲਾਂਗੇ ਆਪਾਂ, ਸਟਾਕ ਆਫ ਰॉ ਮਟੀਰੀਅਲ। ਸੈਕਿੰਡ ਤੇ ਕੀ ਆ, ਸਟਾਕ ਆਫ ਵਰਕ ਇਨ ਪ੍ਰੋਗਰੈਸ, ਕਿ ਕੋਈ ਆਪਣਾ ਕੰਮ ਚੱਲ ਰਿਹਾ। ਫੋਰ ਐਗਜ਼ਾਮਪਲ ਕਿ ਹਾਲੇ ਆਪਾਂ ਪ੍ਰੋਸੈਸ ਹਾਲੇ ਕੰਪਲੀਟ ਨਹੀਂ ਹੋਇਆ, ਕਿ ਫੋਰ ਐਗਜ਼ਾਮਪਲ ਆਪਣਾ ਸੀਗਾ ਬਿਜ਼ਨਸ ਰੋਡ ਮੈਨੂਫੈਕਚਰਿੰਗ ਦਾ, ਕਿ ਆਪਾਂ ਇੱਕ ਕੰਟਰੈਕਟ ਲਿਆ ਸੀਗਾ ਕਿ ਉਹਨੂੰ ਕੰਪਲੀਟ ਕਰਨਾ ਸੀਗਾ, ਬਟ ਉਹ ਹਾਲੇ ਕੰਪਲੀਟ ਨਹੀਂ ਹੋਇਆ, ਉਹਨੂੰ ਕੀ ਆਪਾਂ ਬੋਲਾਂਗੇ, ਸਟਾਕ ਆਫ ਵਰਕ ਇਨ ਪ੍ਰੋਗਰੈਸ। ਕਿ ਜੇਕਰ ਤਾਂ ਕੰਪਲੀਟ ਹੋ ਜੇ, ਕੋਈ ਵੀ ਵਸਤੂ ਬਣਾ ਰਹੇ ਆਪਾਂ, ਠੀਕ ਹੈ ਜੀ, ਉਹ ਜੇਕਰ ਉਹ ਕੰਪਲੀਟ ਹੋ ਗਈ, ਪ੍ਰੋਸੈਸ ਉਹਦੀ ਕੰਪਲੀਟ ਹੋ ਗਈ, ਬਟ ਉਹ ਸੋਲਡ ਨਹੀਂ ਹੋਈ, ਤਾਂ ਉਹ ਵੀ ਆਪਣੇ ਕੋਲ ਸਟਾਕ 'ਚ ਆ ਗਈ। ਬਟ ਜੇਕਰ ਉਹ ਹਾਲੇ ਵਰਕ ਇਨ ਪ੍ਰੋਗਰੈਸ, ਕਿ ਪ੍ਰੋਗਰੈਸ ਦੇ ਵਿੱਚ ਸੀਗਾ, ਕੰਮ ਹਾਲੇ ਅਧੂਰਾ ਪਿਆ ਵਾ, ਉਹਨੂੰ ਕੰਪਲੀਟ ਨਹੀਂ ਹੋਈ, ਪੂਰੀ ਮੈਨੂਫੈਕਚਰਿੰਗ ਨਹੀਂ ਹੋਈ, ਉਹਨੂੰ ਕੀ ਬੋਲਾਂਗੇ ਆਪਾਂ, ਵਰਕ ਇਨ ਪ੍ਰੋਗਰੈਸ। ਨੈਕਸਟ ਕੀ, ਸਟਾਕ ਆਫ ਫਿਨਿਸ਼ਡ ਗੁੱਡਸ, ਕਿ ਜਿਹੜੀਆਂ ਵਸਤੂਆਂ ਬਣ ਚੁੱਕੀਆਂ ਨੇ, ਕੰਪਲੀਟ ਹੋ ਚੁੱਕੀਆਂ ਨੇ ਆਪਣੀ ਫੈਕਟਰੀ ਦੇ ਵਿੱਚ, ਬਟ ਉਹ ਹਾਲੇ ਸੋਲਡ ਆਊਟ ਨਹੀਂ ਹੋਈਆਂ, ਉਹਨਾਂ ਨੂੰ ਕੀ ਬੋਲਾਂਗੇ ਆਪਾਂ, ਸਟਾਕ ਆਫ ਫਿਨਿਸ਼ ਗੁੱਡਸ। ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਡੈਟਰਸ। ਡੈਟਰਸ ਕੌਣ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਗੁੱਡਸ ਸੈੱਲ ਕੀਤੀਆਂ ਵਾ। ਫੋਰ ਐਗਜ਼ਾਮਪਲ ਕਿ ਜੋ ਆਪਾਂ ਗੁੱਡਸ ਸੀਗੀਆਂ ਸੇਲ ਕੀਤੀਆਂ ਸੀਗੀਆਂ, ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਦੋ ਤਰੀਕੇ ਨਾਲ ਸੇਲ ਕਰਦੇ ਹਾਂ, ਜਾਂ ਕੈਸ਼ ਜਾਂ ਕ੍ਰੈਡਿਟ। ਮੰਨ ਲਓ ਆਪਾਂ ਕ੍ਰੈਡਿਟ ਤੇ ਸੇਲ ਕੀਤੀਆਂ ਸੀਗੀਆਂ, ਮੀਨਸ ਕਿ ਆਪਾਂ ਹਾਲੇ ਉਹਨਾਂ ਤੋਂ ਪੈਸੇ ਲੈਣੇ ਆ, ਜਿਨ੍ਹਾਂ ਤੋਂ ਆਪਾਂ ਪੈਸੇ ਲੈਣੇ ਆ ਉਹ ਕੀ ਹੁੰਦੇ, ਆਪਣੇ ਡੈਟਰਸ। ਕੋਈ ਵੀ ਆਪਾਂ ਗੁੱਡਸ ਜਿਨ੍ਹਾਂ ਨੂੰ ਸੋਲਡ ਕਰਦੇ ਆ, ਬਟ ਉਹਨਾਂ ਨੇ ਹਲੇ ਆਪਾਂ ਨੂੰ ਉਸ ਦੀ ਪੇਮੈਂਟ ਨਹੀਂ ਕੀਤੀ, ਉਹਨਾਂ ਨੂੰ ਕੀ ਬੋਲਾਂਗੇ ਆਪਾਂ, ਡੈਟਰਸ। ਤੇ ਡੈਟਰਸ ਫਿਰ ਕੀ ਹੋ ਗਿਆ, ਆਪਣੀ ਇੱਕ ਐਸਟ ਹੁੰਦੇ ਆ। ਐਸਟ ਹੁੰਦੇ ਆ, ਤਾਂ ਇਹਨਾਂ ਨੂੰ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਆਪਾਂ ਐਸਟ ਸਾਈਡ ਤੇ ਸ਼ੋ ਕਰਦੇ ਆ। ਫੋਰ ਐਗਜ਼ਾਮਪਲ ਇਹ ਆਪਣੇ ਕੋਲ ਬੈਲੈਂਸ ਸ਼ੀਟ ਹੈ, ਠੀਕ ਹੈ ਜੀ, ਇਹਦੀ ਕ੍ਰੈਡਿਟ ਸਾਈਡ ਹੁੰਦੀ ਹੈ ਤੇ ਇਹ ਵਾਲੀ ਡੈਬਿਟ ਸਾਈਡ ਹੁੰਦੀ ਹੈ। ਜੋ ਜਿੰਨੀਆਂ ਵੀ ਐਸਟਸ ਹੁੰਦੀਆਂ ਨੇ ਆਪਣੀਆਂ ਡੈਬਿਟ ਸਾਈਡ 'ਤੇ ਹੁੰਦੀਆਂ ਨੇ, ਐਸਟਸ ਇਸ ਸਾਈਡ 'ਤੇ ਲਿਖਦੇ ਆ, ਜੋ ਵੀ ਲਾਇਬਿਲਿਟੀਜ਼ ਹੁੰਦੀਆਂ ਇਸ ਸਾਈਡ 'ਤੇ ਲਿਖਾਂਗੇ। ਇਸ ਤਰ੍ਹਾਂ ਜਿਨ੍ਹਾਂ ਤੋਂ ਆਪਾਂ ਹਲੇ ਪੈਸੇ ਲੈਣੇ ਆ, ਇੱਥੇ ਕੈਸ਼ ਵੀ ਇੱਥੇ ਸ਼ੋ ਹੁੰਦਾ ਵਾ ਤੇ ਡੈਟਰਸ ਵੀ ਇੱਥੇ ਸ਼ੋ ਹੋਣੇ ਆ। ਜੇਕਰ ਕੈਸ਼ ਮਿਲ ਗਿਆ ਤਾਂ ਆਪਾਂ ਕੈਸ਼ ਦੇ ਕਾਲਮ ਦੇ ਵਿੱਚ ਲਿਖ ਦਾਂਗੇ, ਜੇਕਰ ਉਹਨਾਂ ਨੇ ਕੈਸ਼ ਨਹੀਂ ਪੇ ਕੀਤਾ ਤਾਂ ਲੇਟਰ ਉਸ ਤੋਂ ਬਾਅਦ ਪੇਮੈਂਟ ਕਰਨਗੇ ਆਪਾਂ ਨੂੰ, ਜਾਂ ਇਨ ਫਿਊਚਰ ਵਿਦਿਨ 1 ਮੰਥ 2 ਮੰਥ 3 ਮੰਥ ਉਹਨਾਂ ਨੇ ਜੋ ਕਮਿਟਮੈਂਟ ਕੀਤੀ ਉਦੋਂ ਪੇ ਕਰਨਾ, ਤਾਂ ਫਿਰ ਉਹਨੂੰ ਆਪਾਂ ਡੈਟਰਸ ਦੇ ਹੈਡਿੰਗ ਦੇ ਅੰਡਰ ਲਿਖਾਂਗੇ। ਇਹ ਹੁੰਦਾ ਆਪਣੇ ਕੋਲ ਡੈਟਰਸ। ਨੈਕਸਟ ਆਪਣੇ ਕੋਲ ਬੇਟਾ ਕੀ ਹੈ, ਕ੍ਰੈਡਿਟਰਸ। ਕ੍ਰੈਡਿਟਰਸ ਉਹ ਵਾਲੇ ਪਰਸਨ ਨੇ ਜਿਨ੍ਹਾਂ ਕੋਲੋਂ ਆਪਾਂ ਕ੍ਰੈਡਿਟ ਤੇ ਮੀਨਸ ਕਿ ਉਧਾਰ ਦੇ ਉੱਪਰ ਮਟੀਰੀਅਲ ਬਾਏ ਕੀਤਾ ਹੈ, ਠੀਕ ਹੈ ਜੀ, ਉਹ ਕੀ ਹੋ ਗਈ, ਆਪਣੀ ਲਾਇਬਿਲਿਟੀ। ਮੀਨਸ ਕਿ ਮੈਂ ਮੰਨ ਲਓ ਫਰਨੀਚਰ ਪਰਚੇਜ਼ ਕੀਤਾ ਕਿਸੇ ਤੋਂ, ਬਟ ਉਹਨੂੰ ਕੈਸ਼ ਪੇ ਨਹੀਂ ਕੀਤਾ ਹਲੇ,
मेरा बिजनेस है फर्नीचर का, मैं हले फर्नीचर परचेज कर लिया बट उन्होंने हले कैश पे नहीं किया, फिर वो की हो गए मेरे क्रैडिटर्स, तो मेरी की है वो लाइबिलिटी। मैं उन्होंने कितने शो करांगा अपनी बैलेंस शीट के विच लाइबिलिटी साइड पे। हाँ जी नैक्सट बेटा ਤੁਹਾਡੇ ਕੋਲ 13 14 ਪੁਆਇੰਟ ਕੀ ਹੈ ਡੈਬਿਟ ਐਂਡ ਕ੍ਰੈਡਿਟ। ਇਹਨਾਂ ਨੂੰ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਕਿ ਆਪਣੇ ਕੋਲ ਜੋ ਅਕਾਊਂਟ ਹੁੰਦਾ ਹੈ ਉਹਦੀਆਂ ਟੂ ਸਾਈਡਸ ਹੁੰਦੀਆਂ ਨੇ, ਠੀਕ ਹੈ ਜੀ। ਇੱਕ ਸਾਈਡ ਕਿਹੜੀ ਹੁੰਦੀ ਹੈ ਡੈਬਿਟ ਸਾਈਡ, ਤੇ ਇੱਕ ਸਾਈਡ ਹੁੰਦੀ ਹੈ ਆਪਣੇ ਕੋਲ ਕ੍ਰੈਡਿਟ ਸਾਈਡ। ਹਾਂਜੀ ਜਿਹੜਾ ਨਾਰਮਲ ਅਕਾਊਂਟ ਹੈ, ਪਹਿਲੇ ਆਪਾਂ ਲਾਸਟ ਜਿਹੜੀ ਐਗਜ਼ਾਮਪਲ ਸੀਗੀ ਉਹ ਬੈਲੈਂਸ ਸ਼ੀਟ ਦੀ ਸੀਗੀ, ਉਹ ਰਿਵਰਸ ਹੁੰਦੀ ਹੈ, ਬਟ ਜੋ ਆਪਾਂ ਅਕਾਊਂਟ ਦੀ ਗੱਲ ਕਰਦੇ ਆ ਉਹਦੀ ਲੈਫਟ ਹੈਂਡ ਸਾਈਡ ਕੀ ਹੁੰਦੀ ਹੈ ਡੈਬਿਟ, ਤੇ ਰਾਈਟ ਹੈਂਡ ਸਾਈਡ ਕੀ ਹੁੰਦੀ ਹੈ ਕ੍ਰੈਡਿਟ, ਠੀਕ ਹੈ ਜੀ। ਇਹ ਡੈਬਿਟ ਸਾਈਡ ਹੈ, ਇਹਨੂੰ ਕੀ ਬੋਲਦੇ ਆਪਾਂ ਕ੍ਰੈਡਿਟ ਸਾਈਡ। ਨੈਕਸਟ ਆਪਾਂ ਰੂਲਸ ਦੇ ਅਕੋਰਡਿੰਗ ਡੈਬਿਟ ਤੇ ਕ੍ਰੈਡਿਟ ਅਮਾਊਂਟਸ ਨੂੰ ਐਂਟਰ ਕਰਦੇ ਕਿ ਆਪਾਂ ਡੈਬਿਟ ਸਾਈਡ ਤੇ ਕਿਹੜੀਆਂ ਅਮਾਊਂਟਸ ਲਿਖਣੀਆਂ ਨੇ, ਕ੍ਰੈਡਿਟ ਸਾਈਡ ਤੇ ਕਿਹੜੀਆਂ ਅਮਾਊਂਟਸ ਲਿਖਣੀਆਂ, ਉਹ ਆਪਾਂ ਰੂਲਸ ਜਾਂ ਪ੍ਰਿੰਸੀਪਲਸ ਜੋ ਫਰਦਰ ਆਪਾਂ ਡਿਸਕਸ ਕਰਾਂਗੇ ਉਹਦੇ ਅਕੋਰਡਿੰਗ ਐਂਟਰੀਜ਼ ਕਰਨੀਆਂ ਹੁੰਦੀਆਂ ਨੇ। ਨੈਕਸਟ ਬੇਟਾ ਆਪਣੇ ਕੋਲ ਕੀ ਹੈ 15 ਪੁਆਇੰਟ ਐਸੈਟਸ। ਐਸੈਟਸ ਕੀ ਹੁੰਦੀਆਂ ਨੇ ਬਿਜ਼ਨਸ ਦੀ ਪ੍ਰੋਪਰਟੀ, ਜਿਹੜੀਆਂ ਕਿ ਬਿਜ਼ਨਸ ਦੇ ਦੁਆਰਾ ਓਨਡ ਹੁੰਦੀਆਂ ਨੇ, ਜਿਨ੍ਹਾਂ ਉੱਪਰ ਬਿਜ਼ਨਸ ਦੀ ਮਲਕੀਅਤ ਹੁੰਦੀ ਹੈ, ਜੋ ਉਹਨਾਂ ਨੇ ਪਰਚੇਸ ਕੀਤੀਆਂ ਹੁੰਦੀਆਂ ਨੇ ਪੈਸੇ ਦੇ ਕੇ ਆਪਣੇ, ਜਿਨ੍ਹਾਂ ਦਾ ਉਹਨਾਂ ਨੂੰ ਫਿਊਚਰ ਦੇ ਵਿੱਚ ਬੈਨੀਫਿਟ ਹੁੰਦਾ ਹੈ। ਫੋਰ ਐਗਜ਼ਾਮਪਲ ਲੈਂਡ, ਬਿਲਡਿੰਗ, ਮਸ਼ੀਨਰੀ, ਇਹ ਸਾਰਾ ਕੁਝ ਕੀ ਹੈ ਬਿਜ਼ਨਸ ਦੀਆਂ ਐਸੈਟਸ ਨੇ ਕਿ ਜਿਨ੍ਹਾਂ ਦਾ ਉਹਨਾਂ ਨੂੰ ਆਪਣੇ ਬਿਜ਼ਨਸ ਦੇ ਵਿੱਚ ਯੂਜ਼ ਕਰਨਾ ਹੈ, ਜਿਨ੍ਹਾਂ ਨੂੰ ਉਹਨਾਂ ਰੀਸੇਲ ਦੇ ਲਈ ਨਹੀਂ ਖਰੀਦਿਆ, ਉਹਨਾਂ ਨੇ ਇਸ ਲਈ ਪਰਚੇਸ ਕੀਤਾ ਵਾ ਕਿ ਉਹ ਬਿਜ਼ਨਸ ਨੂੰ ਪ੍ਰੋਪਰਲੀ ਜਾਂ ਕਨਵੀਨੀਅੰਟਲੀ ਰਨ ਕਰ ਸਕਣ, ਜਾਂ ਤਾਂ ਕਿ ਬਿਜ਼ਨਸ ਗਰੋ ਕਰ ਸਕੇ, ਠੀਕ ਹੈ ਜੀ। ਨੈਕਸਟ ਬੇਟਾ ਆਪਣੇ ਕੋਲ ਐਸੈਟਸ ਦੀਆਂ ਅਲੱਗ-ਅਲੱਗ ਟਾਈਪਸ ਨੇ। ਫਸਟ ਆਫ ਆਲ ਆਪਾਂ ਡਿਸਕਸ ਕਰਦੇ ਹਾਂ ਫਿਕਸ ਐਸੈਟਸ। ਨੈਕਸਟ ਕੀ ਆਪਣੇ ਕੋਲ ਕਰੰਟ ਐਸੈਟਸ, ਤੇ ਲਾਸਟ ਤੇ ਕੀ ਹੈ ਫਿਕਟੀਸ਼ੀਅਸ ਐਸੈਟਸ। ਸਭ ਤੋਂ ਪਹਿਲੇ ਆਪਾਂ ਫਿਕਸ ਐਸੈਟਸ ਦੀ ਗੱਲ ਕਰਦੇ ਹਾਂ। ਫਿਕਸ ਐਸੈਟਸ ਕਿਹੜੀਆਂ ਨੇ, ਉਹ ਵਾਲੀਆਂ ਐਸੈਟਸ ਜਿਹੜੀਆਂ ਕਿ ਬਿਜ਼ਨਸ ਦੇ ਵਿੱਚ ਲੌਂਗ ਟਰਮ ਦੇ ਲਈ ਰਹਿਣਗੀਆਂ। ਹੁਣ ਫਰਦਰ ਇਹਨਾਂ ਨੂੰ ਵੀ 3 ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ ਵਾ, ਟੈਂਜੀਬਲ ਐਸੈਟਸ, ਇਨਟੈਂਜੀਬਲ ਐਸੈਟਸ ਐਂਡ ਵੇਸਟਿੰਗ ਐਸੈਟ। ਟੈਂਜੀਬਲ ਐਸੈਟਸ, ਇਨਟੈਂਜੀਬਲ ਐਸੈਟਸ ਐਂਡ ਵੇਸਟਿੰਗ ਐਸੈਟ। ਕਿ ਫਿਕਸ ਐਸੈਟਸ 3 ਟਾਈਪਸ ਦੀਆਂ ਹੁੰਦੀਆਂ ਨੇ। ਟੈਂਜੀਬਲ ਐਸੈਟਸ ਉਹ ਵਾਲੀਆਂ ਐਸੈਟਸ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਫੋਰ ਐਗਜ਼ਾਮਪਲ ਲੈਂਡ, ਬਿਲਡਿੰਗ, ਮਸ਼ੀਨਰੀ, ਫਰਨੀਚਰ, ਇਹ ਸਾਰਾ ਕੁਝ ਕੀ ਆਪਣੇ ਕੋਲ ਟੈਂਜੀਬਲ, ਕਿ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ। ਇਨਟੈਂਜੀਬਲ ਐਸੈਟਸ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਨਾ ਹੀ ਤਾਂ ਟੱਚ ਕਰ ਸਕਦੇ ਹਾਂ, ਨਾ ਹੀ ਉਹਨਾਂ ਨੂੰ ਆਪਾਂ ਦੇਖ ਸਕਦੇ ਹਾਂ, ਉਹ ਕੀ ਹੁੰਦੀਆਂ ਨੇ ਇਨਟੈਂਜੀਬਲ ਐਸੈਟਸ। ਫੋਰ ਐਗਜ਼ਾਮਪਲ ਪੇਟੈਂਟ, ਗੁੱਡਵਿਲ, ਕਾਪੀਰਾਈਟ। ਕਿ ਪੇਟੈਂਟ ਆਪਾਂ ਕਿਸੇ ਚੀਜ਼ ਦਾ ਪੇਟੈਂਟ ਲਿਆ ਹੋਇਆ ਵਾ ਕਿ ਉਸ ਜੋ ਇਨਵੈਂਸ਼ਨ ਹੈ ਉਹਨੂੰ ਸਿਰਫ ਆਪਾਂ ਹੀ ਯੂਜ਼ ਕਰ ਸਕਦੇ, ਫਰਮ ਹੀ ਯੂਜ਼ ਕਰ ਸਕਦੀ ਹੈ, ਆਪਣੀ ਫਰਮ ਹੀ ਯੂਜ਼ ਕਰ ਸਕਦੀ ਹੈ, ਹੋਰ ਕੋਈ ਉਹਨੂੰ ਯੂਜ਼ ਨਹੀਂ ਕਰ ਸਕਦਾ, ਉਹਨੂੰ ਕੀ ਬੋਲਦੇ ਆਪਾਂ ਪੇਟੈਂਟ ਰਾਈਟ। ਨੈਕਸਟ ਕੀ ਆ ਕਾਪੀਰਾਈਟ, ਕਿ ਕੋਈ ਬੁੱਕ ਪਬਲਿਸ਼ ਕਰਨੀ ਹੈ, ਉਹਦੇ ਆਪਾਂ ਜੋ ਉਹਦਾ ਆਥਰ ਹੈ ਜਾਂ ਜੋ ਰਾਈਟਰ ਹੈ ਉਹਦੇ ਕੋਲੋਂ ਆਪਾਂ ਰਾਈਟ ਲੈ ਲੇ ਕਿ ਉਹਨੂੰ ਸਿਰਫ ਆਪਾਂ ਹੀ ਪਬਲਿਸ਼ ਕਰਨਾ ਹੈ, ਆਪਣੀ ਕੰਪਨੀ ਨੇ ਪਬਲਿਸ਼ ਕਰਨਾ ਹੈ, ਉਹ ਕੀ ਹੋ ਗਿਆ ਆਪਣੇ ਕੋਲ ਪੇਟੈਂਟ ਰਾਈਟ, ਕਾਪੀਰਾਈਟ। ਹਾਂਜੀ ਨੈਕਸਟ ਆਪਣੇ ਕੋਲ ਕੀ ਹੈ ਵੇਸਟਿੰਗ ਐਸੈਟਸ। ਵੇਸਟਿੰਗ ਐਸੈਟਸ ਉਹ ਵਾਲੀ ਹੈ ਕਿ ਜਿਹਨੂੰ ਆਪਾਂ ਯੂਜ਼ ਕਰ ਲਿਆ ਹੈ ਬਟ ਉਹਦੀ ਹੁਣ ਕੋਈ ਵੈਲਿਊ ਨਹੀਂ ਗੀ ਰਹੀ। ਫੋਰ ਐਗਜ਼ਾਮਪਲ ਮਾਈਨਸ ਐਂਡ ਆਇਲ ਵੈਲਸ, ਕਿ ਜੇ ਕੋਈ ਖੂਹ ਤੇਲ ਦਾ ਖੂਹ ਹੈ ਹਨਾ, ਉਹਦੇ ਵਿੱਚੋਂ ਆਪਾਂ ਤੇਲ ਕੱਢ ਲਾਂਗੇ ਤਾਂ ਉਹ ਹੁਣ ਕੀ ਆ ਵੇਸਟਿੰਗ ਐਸੈਟਸ ਰਹੇਗੀ। ਜੇਕਰ ਕੋਈ ਕੋਲ ਮਾਈਨ ਹੈ ਤਾਂ ਉਹਦੇ ਵਿੱਚੋਂ ਆਪਾਂ ਕੋਲ ਨਿਕਾਲ ਲਾਂਗੇ ਤਾਂ ਉਹਦੀ ਕੀ ਆ, ਉਹ ਕੀ ਹੋ ਜਾਏਗੀ ਵੇਸਟਿੰਗ ਐਸੈਟਸ। ਨੈਕਸਟ ਬੇਟਾ ਆਪਣੇ ਕੋਲ ਕੀ ਹੈ ਕਰੰਟ ਐਸੈਟਸ। ਕਰੰਟ ਐਸੈਟਸ ਉਹ ਵਾਲੀਆਂ ਐਸੈਟਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਵਿਦਿਨ 6 ਮੰਥ ਆਪਾਂ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਕਿ ਸਟਾਕ ਹੈ ਆਪਣਾ, ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਕਸਟ ਜਦੋਂ ਆਪਣਾ ਈਅਰ ਸਟਾਰਟ ਹੋਏਗਾ, ਫਾਈਨੈਂਸ਼ੀਅਲ ਈਅਰ ਸਟਾਰਟ ਹੋਏਗਾ ਤਾਂ ਆਪਣਾ ਸਟਾਕ ਕੀ ਹੈ ਸੋਲਡ ਆਊਟ ਹੋ ਜਾਏਗਾ, ਉਹ ਕੀ ਹੋ ਗਈ ਆਪਣੀ ਕਰੰਟ ਐਸੈਟਸ। ਇਸ ਤੋਂ ਇਲਾਵਾ ਆਪਣੇ ਕੋਲ ਹੁੰਦੀਆਂ ਨੇ ਕੈਸ਼ ਨੂੰ ਵੀ ਆਪਾਂ ਕਰੰਟ, ਕਿਉਂਕਿ ਕੈਸ਼ ਤਾਂ ਆਲਰੇਡੀ ਕੈਸ਼ ਦੇ ਵਿੱਚ ਹੈ, ਠੀਕ ਹੈ। ਸਭ ਤੋਂ ਮਤਲਬ ਕਿ ਈਜ਼ੀਲੀ ਆਪਣੇ ਲਿਕੁਇਡ ਫਾਰਮ ਦੇ ਵਿੱਚ ਉਹ ਵਾਲੀਆਂ ਐਸੈਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਈਜ਼ੀਲੀ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਇਸ ਕਰਕੇ ਉਹ ਵਾਲੀਆਂ ਐਸੈਟਸ ਜਿਨ੍ਹਾਂ ਨੂੰ ਆਪਾਂ ਈਜ਼ੀਲੀ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਉਹਨਾਂ ਨੂੰ ਕੀ ਬੋਲਦੇ ਆਪਾਂ ਕਰੰਟ ਐਸੈਟਸ। ਫਿਕਸ ਐਸੈਟਸ ਕੀ ਆ ਕਿ ਫਿਕਸ ਨੇ, ਉਹਨਾਂ ਨੂੰ ਆਪਾਂ ਲੌਂਗ ਟਰਮ ਦੇ ਲਈ ਯੂਜ਼ ਕਰਨਾ, ਬਟ ਕਰੰਟ ਐਸੈਟਸ ਕਿਹੜੀਆਂ ਜਿਨ੍ਹਾਂ ਨੂੰ ਆਪਾਂ ਵਿਦਿਨ 6 ਮੰਥ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਜਾਂ ਲਿਕੁਇਡ ਐਸੈਟਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਰੰਟ ਐਸੈਟ ਦੇ ਹੈਡਿੰਗ ਦੇ ਅੰਡਰ ਡਿਨੋਟ ਕਰਾਂਗੇ। ਨੈਕਸਟ ਕੀ ਆਪਣੇ ਕੋਲ ਫਿਕਟੀਸ਼ੀਅਸ ਐਸੈਟ। ਫਿਕਟੀਸ਼ੀਅਸ ਐਸੈਟਸ ਉਹ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਐਕਚੁਅਲ ਦੇ ਵਿੱਚ ਕੋਈ ਵੈਲਿਊ ਨਹੀਂ ਹੁੰਦੀ। ਫੋਰ ਐਗਜ਼ਾਮਪਲ ਆਪਾਂ ਐਡਵਰਟਾਈਜ਼ਮੈਂਟ ਦੇ ਉੱਪਰ ਬਹੁਤ ਜ਼ਿਆਦਾ ਐਕਸਪੈਂਡੀਚਰ ਕੀਤਾ ਜਿਹਦੇ ਕਰਕੇ ਕਿ ਆਪਣੀ ਸੇਲ ਇਨਕਰੀਜ਼ ਹੋ ਗਈ, ਬਟ ਉਹਨੂੰ ਆਪਾਂ ਇੱਕ ਵਾਰੀ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਐਜ਼ ਏ ਐਸੈਟਸ ਰਿਕਾਰਡ ਕਰ ਲੈਂਦੇ, ਬਟ ਉਹਨੂੰ ਉਸ ਤੋਂ ਬਾਅਦ ਆਪਾਂ ਈਅਰ ਬਾਈ ਈਅਰ ਉਹਨੂੰ ਰਾਈਟ ਆਫ ਕਰਦੇ ਤੁਰੇ ਜਾਂਦੇ ਹਾਂ, ਉਹਨੂੰ ਕੀ ਬੋਲਦੇ ਆਪਾਂ ਫਿਕਟੀਸ਼ੀਅਸ ਐਸੈਟਸ। ਜਾਂ ਕੋਈ ਵੀ ਆਪਣਾ ਪ੍ਰੀਲਿਮਿਨਰੀ ਐਕਸਪੈਂਸ ਹੋਇਆ ਉਹਨੂੰ ਵੀ ਆਪਾਂ ਫਿਕਟੀਸ਼ੀਅਸ ਐਸੈਟ ਦੇ ਹੈਡਿੰਗ ਦੇ ਅੰਡਰ ਨੋਟ ਕਰਾਂਗੇ, ਬਟ ਉਸ ਨੂੰ ਈਅਰ ਬਾਈ ਈਅਰ ਆਪਣੇ ਪ੍ਰੋਫਿਟ ਦੇ ਵਿੱਚੋਂ ਆਪਾਂ ਰਾਈਟ ਆਫ ਕਰ ਲਾਂਗੇ। ਉਹ ਆਪਾਂ ਨੈਕਸਟ ਡਿਸਕਸ ਕਰਾਂਗੇ ਰਾਈਟ ਆਫ ਨੂੰ ਕਿਵੇਂ ਕਰਦੇ ਹਾਂ ਜਦੋਂ ਆਪਾਂ ਫਾਈਨਲ ਅਕਾਊਂਟਸ ਵਾਲੇ ਚੈਪਟਰ ਨੂੰ ਕੰਪਲੀਟ ਕਰਾਂਗੇ। ਨੈਕਸਟ ਬੇਟਾ ਆਪਣੇ ਕੋਲ ਕੀ ਹੈ ਲਾਇਬਿਲਿਟੀ। ਲਾਇਬਿਲਿਟੀ
ਮੀਨਸ ਕਿ ਜਿਵੇਂ ਜਨਰਲ ਟਰਮ ਲਾਇਬਿਲਿਟੀ ਮੀਨਸ ਕੀ ਹੁੰਦਾ ਵਾ ਕਿ ਦੇਣਦਾਰੀ, ਕਿ ਇੱਕ ਪਰਸਨ ਦੀ ਅਦਰ ਪਰਸਨਸ ਨੂੰ ਕਿੰਨੇ ਦੇਣਦਾਰੀਆਂ ਨੇ, ਜਾਂ ਇੱਥੇ ਆਪਾਂ ਬਿਜ਼ਨਸ ਦੀ ਗੱਲ ਕਰ ਸਕਦੇ ਹਾਂ ਕਿ ਬਿਜ਼ਨਸ ਨੇ ਕਿਸ ਕਿਸ ਪਰਸਨ ਨੂੰ ਪੈਸਾ ਪੇ ਕਰਨਾ ਹੈ, ਜਾਂ ਉਹਦੀ ਕਿਸ ਕਿਸ ਪਰਸਨ ਨੂੰ ਰਿਸਪੌਂਸਿਬਿਲਿਟੀ ਹੈ ਜਾਂ ਦੇਣਦਾਰੀਆਂ ਪੈਂਡਿੰਗਸ ਨੇ। ਇਹ ਲਾਇਬਿਲਿਟੀ ਇਜ਼ ਅ ਡੈਟ ਵਿਚ ਬਿਜ਼ਨਸ ਓਜ਼ ਟੂ ਸਮਬਡੀ ਇਲਸ, ਕਿ ਜਿਹੜਾ ਉਹਨੇ ਕਿਸੇ ਤੋਂ ਲਿਆ ਹੋਇਆ ਹੈ। In other words, financial obligations of a business is known as a liability, ਕਿ ਜੋ ਬਿਜ਼ਨਸ ਦੀਆਂ ਫਾਈਨੈਂਸ਼ੀਅਲ ਓਬਲੀਗੇਸ਼ਨਸ ਨੇ, ਜੋ ਉਹਦੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਕੀ ਬੋਲਦੇ ਆਪਾਂ ਲਾਇਬਿਲਿਟੀਜ਼। ਲਾਇਬਿਲਿਟੀਜ਼ ਮੇ ਬੀ ਬਰੀਫਲੀ ਕਲਾਸੀਫਾਈਡ ਐਜ਼ ਲੌਂਗ ਟਰਮ ਐਂਡ ਕਰੰਟ ਲਾਇਬਿਲਿਟੀਜ਼। ਲੌਂਗ ਟਰਮ ਉਹ ਵਾਲੀਆਂ ਜਿਹੜੀਆਂ ਕਿ ਉਹਨਾਂ ਨੇ ਆਫਟਰ 1 ਈਅਰ ਪੇ ਕਰਨੀਆਂ ਨੇ, ਉਹਨਾਂ ਨੂੰ ਕੀ ਬੋਲਦੇ ਆਪਾਂ ਲੌਂਗ ਟਰਮ ਲਾਇਬਿਲਿਟੀਜ਼। ਲੌਂਗ ਟਰਮ ਲਾਇਬਿਲਿਟੀਜ਼ ਆਰ ਦੋਜ਼ ਲਾਇਬਿਲਿਟੀਜ਼ ਵਿਚ ਫਾਲ due for payment in a relatively longer period, कि after 1 year, longer period किनू बोलांगे after 1 year 12 month, ठीक है जी। जो आप 12 मंथ बाद पे करनियां ने उन्होंने की बोलांगे आप लॉन्ग टर्म लाइबिलिटीज। फॉर एग्जांपल लॉन्ग टर्म लोन आप 1 ईयर के लिए 2 ईयर के लिए 3 ईयर के लिए लोन लिया है। उस तो इलावा डिबेंचर्स लोन फ्रॉम फाइनैशियल इंस्टीट्यूशनस, कि जो आप लॉन्ग टर्म के लिए लिया है लंबे समय के लिए, कि जिहदी अवधि ਜਾਂ ਮਿਆਦ 1 ਸਾਲ ਤੋਂ ਜ਼ਿਆਦਾ ਹੈ, ਉਹਨੂੰ ਆਪਾਂ 1 ਸਾਲ ਤੋਂ ਬਾਅਦ ਹੀ ਪੇ ਕਰਨਾ ਹੈ, ਉਹਨੂੰ ਆਪਾਂ ਲੌਂਗ ਟਰਮ ਲਾਇਬਿਲਿਟੀਜ਼ ਬੋਲਾਂਗੇ। ਨੈਕਸਟ ਬੇਟਾ ਕੀ ਆਪਣੇ ਕੋਲ ਕਰੰਟ ਲਾਇਬਿਲਿਟੀਜ਼। ਕਰੰਟ ਲਾਇਬਿਲਿਟੀਜ਼ ਉਹ ਵਾਲੀਆਂ ਲਾਇਬਿਲਿਟੀਜ਼ ਜਿਹੜੀਆਂ ਆਪਾਂ ਵਿਦਿਨ 1 ਈਅਰ ਵਿਦਿਨ 1 ਈਅਰ ਪੇ ਕਰਨੀਆਂ ਹੁੰਦੀਆਂ ਨੇ। ਫੋਰ ਐਗਜ਼ਾਮਪਲ ਆਪਣੇ ਜੋ ਕ੍ਰੈਡੀਟਰਸ ਨੇ, ਕ੍ਰੈਡੀਟਰਸ ਜਿਨ੍ਹਾਂ ਤੋਂ ਆਪਾਂ ਪਰਚੇਜ਼ ਕੀਤਾ ਹੈ ਮਟੀਰੀਅਲ, ਜਾਂ ਜੋ ਬਿਲਸ ਪੇਬਲ ਹੈ, ਬਿਲਸ ਪੇਬਲ ਵੀ ਇੱਕ ਟਰਮ ਹੈ ਕਿ ਇੱਕ ਆਪਾਂ ਨੋਟ ਲਿਖ ਕੇ ਦੇ ਦਿੰਦੇ ਹਾਂ ਜਿਨ੍ਹਾਂ ਤੋਂ ਆਪਾਂ ਕੁਝ ਪਰਚੇਜ਼ ਕਰਦੇ ਹਾਂ, ਕਿ ਅਸੀਂ ਤੁਹਾਨੂੰ ਵਿਦਿਨ 1 ਮੰਥ 2 ਮੰਥ 3 ਮੰਥ ਤੁਹਾਡੀ ਜੋ ਅਮਾਊਂਟ ਪੇ ਕਰ ਦਾਂਗੇ, ਉਹਨੂੰ ਆਪਾਂ ਬਿਲਸ ਪੇਬਲ ਬੋਲਦੇ ਹਾਂ। ਉਹ ਵੀ ਆਪਣੀ ਵਿਦਿਨ 6 ਮੰਥ ਜਾਂ ਵਿਦਿਨ 12 ਮੰਥ ਆਪਾਂ ਪੇ ਕਰਨਾ ਹੁੰਦਾ, ਇਸ ਤੋਂ ਜ਼ਿਆਦਾ ਦਾ ਬਿਲਸ ਪੇਬਲ ਨਹੀਂ ਹੋ ਸਕਦਾ। ਇਸ ਕਰਕੇ ਉਹ ਵਾਲੀਆਂ ਅਮਾਊਂਟਸ ਜਿਹੜੀਆਂ ਆਪਾਂ ਵਿਦਿਨ 1 ਈਅਰ ਪੇ ਕਰਨੀਆਂ ਹੋਣਗੀਆਂ, ਜਾਂ ਵਿਦਿਨ 1 ਈਅਰ ਆਪਾਂ ਉਹਨਾਂ ਨੂੰ ਪੇ ਆਫ ਕਰਕੇ ਆਪਣੀ ਰਿਸਪੌਂਸਿਬਿਲਿਟੀ ਨੂੰ ਖਤਮ ਕਰਨਾ ਹੋਏਗਾ, ਉਹਨਾਂ ਨੂੰ ਕੀ ਬੋਲਦੇ ਆਪਾਂ ਕਰੰਟ ਲਾਇਬਿਲਿਟੀਜ਼। ਨੈਕਸਟ ਬੇਟਾ ਆਪਣੇ ਕੋਲ ਹੈ ਐਕਸਪੈਂਸਿਸ ਤੇ ਐਕਸਪੈਂਡੀਚਰ, ਦੋ ਟਰਮਸ ਨੇ ਆਪਣੇ ਕੋਲ, ਠੀਕ ਹੈ ਜੀ। ਇਹਨਾਂ ਨੂੰ ਆਪਾਂ 1 ਬਾਏ 1 ਕਰਦੇ ਹਾਂ। ਐਕਸਪੈਂਸ ਮੀਨਸ cost related to the particular accounting period, the benefit of which will not extended beyond that period। ਉਹ ਵਾਲਾ ਖਰਚਾ ਜਿਹਦਾ ਆਪਾਂ ਨੂੰ ਬੈਨੀਫਿਟ ਸਿਰਫ 1 ਸਾਲ ਦੇ ਦੌਰਾਨ ਹੀ ਰਹੇਗਾ, ਉਸ ਤੋਂ ਬਿਯੋਂਡ ਨਹੀਂ ਰਹੇਗਾ, ਉਹਨੂੰ ਕੀ ਬੋਲਾਂਗੇ ਆਪਾਂ ਐਕਸਪੈਂਸਿਸ। ਫੋਰ ਐਗਜ਼ਾਮਪਲ ਸੈਲਰੀ, ਜੇਕਰ ਆਪਾਂ ਕਿਸੇ ਪਰਸਨ ਨੂੰ ਸੈਲਰੀ ਦੇ ਰਹੇ ਹਾਂ 1 ਮੰਥ ਦੀ 2 ਮੰਥ ਦੀ 3 ਮੰਥ ਦੀ, ਆਪਾਂ ਨੂੰ ਉਹਦਾ ਬੈਨੀਫਿਟ ਉਸ ਮੰਥ ਦੇ ਦੌਰਾਨ ਹੀ ਹੈ, ਉਸ ਤੋਂ ਬਾਅਦ ਉਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਜੇ ਨੈਕਸਟ ਮੰਥ ਸੈਲਰੀ ਪੇ ਕਰਾਂਗੇ ਤਾਂ ਉਹ ਵਰਕ ਕਰੇਗਾ, ਜੇਕਰ ਨਹੀਂ ਕਰਾਂਗੇ ਤਾਂ ਉਹ ਵਰਕ ਪਰਸਨ ਨਹੀਂ ਕਰੇਗਾ। ਇਸ ਕਰਕੇ ਉਹ ਵਾਲੇ ਖਰਚੇ ਜਿਨ੍ਹਾਂ ਦਾ ਬੈਨੀਫਿਟ ਆਪਾਂ ਨੂੰ ਉਸ ਪੀਰੀਅਡ ਦੇ ਦੌਰਾਨ ਹੀ, ਲਿਮਿਟਡ ਪੀਰੀਅਡ ਦੇ ਦੌਰਾਨ ਹੀ ਹੁੰਦਾ ਹੈ, ਉਹਨੂੰ ਕੀ ਬੋਲਦੇ ਆਪਾਂ ਐਕਸਪੈਂਸ। ਨੈਕਸਟ ਕੀ ਆਪਣੇ ਕੋਲ ਐਕਸਪੈਂਡੀਚਰ। ਐਕਸਪੈਂਡੀਚਰ ਉਹ ਵਾਲੀ ਅਮਾਊਂਟ ਹੈ ਜਿਹਦਾ ਬੈਨੀਫਿਟ ਆਪਾਂ ਨੂੰ ਲੰਬੇ ਸਮੇਂ ਦੇ ਦੌਰਾਨ ਹੁੰਦਾ ਹੈ। ਫੋਰ ਐਗਜ਼ਾਮਪਲ ਆਪਾਂ ਕੋਈ ਐਸਟ ਪਰਚੇਜ਼ ਕੀਤੀ ਹੈ, ਠੀਕ ਹੈ ਜੀ, ਮਸ਼ੀਨਰੀ ਪਰਚੇਜ਼ ਕੀਤੀ ਹੈ, ਜੋ ਮਸ਼ੀਨਰੀ ਦੇ ਉੱਪਰ ਐਕਸਪੈਂਸ ਕਰਾਂਗੇ ਆਪਾਂ ਉਹਨੂੰ ਕੀ ਬੋਲਾਂਗੇ ਆਪਾਂ ਐਕਸਪੈਂਡੀਚਰ, ਠੀਕ ਹੈ ਜੀ। ਹਾਂਜੀ ਨੈਕਸਟ ਬੇਟਾ ਐਕਸਪੈਂਡੀਚਰ ਹੈ 2 ਟਾਈਪਸ ਦਾ, ਕੈਪੀਟਲ ਐਕਸਪੈਂਡੀਚਰ ਐਂਡ ਰੈਵਨਿਊ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਉਹ ਵਾਲਾ ਜੋ ਆਪਾਂ ਨੂੰ ਵੰਸ ਇਨ ਲਾਈਫ ਕਰਨਾ ਪਏਗਾ, ਉਹਨੂੰ ਕੀ ਬੋਲਾਂਗੇ ਆਪਾਂ ਕੈਪੀਟਲ ਐਕਸਪੈਂਡੀਚਰ। ਦਾ ਪੇਮੈਂਟ ਮੇਡ ਫॉर द ਪਰਚੇਜ਼ ਆਫ ਐਸੈਟਸ from which the benefit will be derived in future is called expenditure, ਕਿ ਜਿਹਦੇ ਆਪਾਂ ਨੂੰ ਫਿਊਚਰ ਦੇ ਵਿੱਚ ਲੌਂਗ ਟਰਮ ਦੇ ਲਈ ਬੈਨੀਫਿਟ ਹੋਣਗੇ, ਉਹਨਾਂ ਨੂੰ ਕੀ ਬੋਲਾਂਗੇ ਆਪਾਂ ਕੈਪੀਟਲ ਐਕਸਪੈਂਡੀਚਰ। ਇਹਨੂੰ ਆਪਾਂ ਨੌਨ ਰੈਕਰਿੰਗ ਇਨ ਨੇਚਰ, ਕਿ ਇਹ ਕੀ ਹੁੰਦਾ ਆਪਣਾ ਨੌਨ ਰੈਕਰਿੰਗ ਹੁੰਦਾ, ਕਿ ਇਹਨੂੰ ਬਾਰ-ਬਾਰ ਨਹੀਂ ਕਰਨਾ ਪੈਂਦਾ, ਆਪਾਂ ਨੂੰ ਵੰਸ ਇਨ ਲਾਈਫ ਹੀ ਕਰਨਾ ਪਏਗਾ, ਇਹਨੂੰ ਕੀ ਬੋਲਦੇ ਆਪਾਂ ਕੈਪੀਟਲ ਐਕਸਪੈਂਡੀਚਰ। ਨੈਕਸਟ ਬੇਟਾ ਹਾਂਜੀ ਨੈਕਸਟ ਬੇਟਾ ਆਪਣੇ ਕੋਲ ਰੈਵਨਿਊ ਐਕਸਪੈਂਡੀਚਰ। ਰੈਵਨਿਊ ਐਕਸਪੈਂਡੀਚਰ ਉਹ ਵਾਲਾ ਐਕਸਪੈਂਡੀਚਰ ਹੈ ਜੋ ਕਿ ਇੱਕ ਅਕਾਊਂਟਿੰਗ ਪੀਰੀਅਡ ਦੇ ਦੌਰਾਨ ਮੀਨਸ ਕਿ ਵਿਦਿਨ 1 ਈਅਰ ਆਪਾਂ ਨੂੰ ਬਾਰ-ਬਾਰ ਕਰਨਾ ਪਏਗਾ, ਉਹਨੂੰ ਕੀ ਬੋਲਦੇ ਆਪਾਂ ਰੈਵਨਿਊ ਐਕਸਪੈਂਡੀਚਰਸ, ਠੀਕ ਹੈ ਜੀ। ਫੋਰ ਐਗਜ਼ਾਮਪਲ ਸੈਲਰੀ, ਐਡਵਰਟਾਈਜ਼ਮੈਂਟ ਐਕਸਪੈਂਸਿਸ, ਇੰਸ਼ੋਰੈਂਸ, ਰੈਂਟ, ਇਹ ਸਾਰੇ ਐਕਸਪੈਂਸ ਨੇ ਜੋ ਆਪਾਂ ਨੂੰ 1 ਸਾਲ ਦੇ ਦੌਰਾਨ ਕਈ ਵਾਰ ਪੇ ਕਰਨੇ ਪੈਂਦੇ ਨੇ। ਫੋਰ ਐਗਜ਼ਾਮਪਲ ਸੈਲਰੀ ਐਵਰੀ ਮੰਥ ਪੇ ਕਰਨੀ ਪੈਂਦੀ ਹੈ, ਰੈਂਟ ਐਵਰੀ ਮੰਥ ਪੇ ਕਰਦੇ ਹਾਂ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲ ਜੋ ਐਡਵਰਟਾਈਜ਼ਮੈਂਟ ਐਕਸਪੈਂਡੀਚਰ ਹੈ, ਜਿਵੇਂ ਨਿਊ ਪ੍ਰੋਡਕਟ ਲਾਂਚ ਹੋਏਗਾ ਆਪਾਂ ਨੂੰ ਉਹਦੀ ਐਡਵਰਟਾਈਜ਼ਮੈਂਟ ਕਰਨੀ ਪਏਗੀ। ਇਸ ਤਰ੍ਹਾਂ ਜੋ ਐਕਸਪੈਂਡੀਚਰ ਆਪਾਂ ਨੂੰ ਵਿਦਿਨ ਕਾਊਂਟਿੰਗ ਪੀਰੀਅਡ ਬਾਰ-ਬਾਰ ਪੇ ਕਰਨੇ ਪੈਂਦੇ ਨੇ, ਉਹਨਾਂ ਨੂੰ ਕੀ ਬੋਲਦੇ ਆਪਾਂ ਰੈਵਨਿਊ ਐਕਸਪੈਂਡੀਚਰ ਜਾਂ ਰੈਕਰਿੰਗ ਐਕਸਪੈਂਡੀਚਰ, ਠੀਕ ਹੈ ਜੀ। ਜੋ ਕੈਪੀਟਲ ਸੀਗੀ ਉਹ ਨੌਨ ਰੈਕਰਿੰਗ ਸੀਗੇ, ਵੰਸ ਇਨ ਲਾਈਫ। ਜੋ ਰੈਵਨਿਊ ਐਕਸਪੈਂਡੀਚਰ ਨੇ ਉਹ ਕੀ ਹੁੰਦੇ ਆਪਣੇ ਕੋਲ ਰੈਕਰਿੰਗ ਐਕਸਪੈਂਡੀਚਰ। ਨੈਕਸਟ ਬੇਟਾ ਆਪਣੇ ਕੋਲ ਕੀ ਹੈ ਡੈਫਰਡ ਰੈਵਨਿਊ ਐਕਸਪੈਂਡੀਚਰ। ਡੈਫਰਡ ਰੈਵਨਿਊ ਐਕਸਪੈਂਡੀਚਰ ਉਹ ਵਾਲੇ ਐਕਸਪੈਂਡੀਚਰ ਨੇ ਜੋ ਕਿ ਆਪਾਂ
ਜਿਸ ਦੀ ਆਪਾਂ ਨੂੰ ਬੈਨੀਫਿਟ 1 ਸਾਲ ਤੋਂ ਜ਼ਿਆਦਾ ਸਮੇਂ ਦੇ ਲਈ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਆਪਾਂ ਇੱਕ ਨਿਊ ਪ੍ਰੋਡਕਟ ਲਾਂਚ ਕੀਤਾ ਸੀ, ਉਹਦੀ ਆਪਾਂ ਹੈਵੀ ਐਡਵਰਟਾਈਜ਼ਮੈਂਟ ਕੀਤੀ, ਜਿਹਦੇ ਨਾਲ ਕਿ ਉਹ ਆਪਣਾ ਪ੍ਰੋਡਕਟ ਦੇ ਨੈਕਸਟ ਆਉਣ ਵਾਲੇ ਜੋ ਈਅਰਸ ਨੇ ਉਹਨਾਂ ਦੇ ਵਿੱਚ ਸੇਲ ਦੇ ਵਿੱਚ ਬਹੁਤ ਜ਼ਿਆਦਾ ਗਰੋਥ ਆ ਗਈ। ਠੀਕ ਹੈ ਜੀ, ਉਹ ਵੇਲੇ ਜਿਹੜੇ ਐਕਸਪੈਂਡੀਚਰ ਹੋਣਗੇ ਉਹ ਆਪਣੇ ਕੀ ਹੋਣਗੇ, ਡੈਫਰਡ ਰੈਵਨਿਊ ਐਕਸਪੈਂਡੀਚਰ। ਨੈਕਸਟ ਕੀ ਬੇਟਾ ਆਪਣੇ ਕੋਲ, ਲੋਸ। ਹਾਂਜੀ, loss is an unwanted burden on the business which does not generate any revenue for the business। ਕਿ ਕੋਈ ਵੀ ਇੱਦਾਂ ਦਾ ਨੁਕਸਾਨ ਜਿਹੜਾ ਕਿ ਬਿਜ਼ਨਸ ਨਹੀਂ ਚਾਹੁੰਦਾ ਬਟ ਉਹ ਬਿਜ਼ਨਸ ਦੇ ਰੈਵਨਿਊ ਨੂੰ ਹਾਰਮ ਕਰਦਾ ਹੈ ਜਾਂ ਘੱਟ ਕਰ ਦਿੰਦਾ ਹੈ, ਉਹਨੂੰ ਕੀ ਬੋਲਦੇ ਆਪਾਂ, ਲੋਸ, ਨੁਕਸਾਨ। ਲੋਸ ਹੁਣ 2 ਟਾਈਪਸ ਦਾ ਹੁੰਦਾ ਹੈ, ਨਾਰਮਲ ਲੋਸ ਐਂਡ ਅਬਨੋਰਮਲ ਲੋਸ। ਨਾਰਮਲ ਲੋਸ ਬੇਟਾ, ਨਾਰਮਲ ਲੋਸ ਅਰਾਈਜ਼ਸ ਡਿਊ ਟੂ ਇਨਹੈਰੈਂਟ ਇਨ ਨੇਚਰ ਆਫ ਦ ਪ੍ਰੋਡਕਟ ਸੱਚ ਐਜ਼ ਇਵੈਪੋਰੇਸ਼ਨ, ਲੀਕੇਜ, ਲਾਸ ਆਫ ਵੇਟ। ਕਿ ਕੋਈ ਪ੍ਰੋਡਕਟ ਹੈ ਆਪਣਾ, ਉਹਨੂੰ ਆਪਾਂ ਨਾਰਮਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜ ਰਹੇ, ਫੋਰ ਐਗਜ਼ਾਮਪਲ ਪੈਟਰੋਲ ਹੈ, ਠੀਕ ਹੈ ਜੀ, ਉਹ ਵੈਪੋਰੇਟ ਹੋ ਰਿਹਾ, ਹਵਾ ਦੇ ਵਿੱਚ ਉੱਡ ਗਿਆ, ਜਿਹਦੇ ਕਰਕੇ ਕਿ ਉਹਦਾ ਵੇਟ ਘੱਟ ਹੋ ਗਿਆ ਵਾ ਜਾਂ ਵੇਟ ਲੂਜ਼ ਹੋ ਗਿਆ ਵਾ, ਉਹਨੂੰ ਕੀ ਬੋਲਾਂਗੇ ਆਪਾਂ, ਨਾਰਮਲ ਲਾਸ। ਕਿ ਜਿਹੜਾ ਆਪਾਂ ਨੂੰ ਆਪਣੇ ਹੱਥ 'ਚ ਨਹੀਂ ਹੈਗਾ, ਕੰਟਰੋਲ 'ਚ ਨਹੀਂ ਹੈਗਾ, ਕਿ ਜਿਹੜਾ ਨੈਚੁਰਲੀ ਹੋਣਾ ਹੀ ਹੋਣਾ ਵਾ, ਕਿ ਜੋ ਪ੍ਰੋਡਕਟ ਨੂੰ ਜਦੋਂ ਆਪਾਂ ਇੱਕ ਜਗ੍ਹਾ ਦੂਜੀ ਜਗ੍ਹਾ 'ਤੇ ਟਰਾਂਸਫਰ ਕਰਾਂਗੇ ਉਹਨੂੰ ਕੀ ਬੋਲਦੇ ਆਪਾਂ, ਨਾਰਮਲ ਲਾਸ। ਸੈਕਿੰਡ ਕੀ ਆਪਣੇ ਕੋਲ, ਅਬਨੋਰਮਲ ਲਾਸ। ਅਬਨੋਰਮਲ ਲਾਸ ਇਜ਼ ਦ ਰਿਜ਼ਲਟ ਆਫ ਮਿਸਹੈਪਨਿੰਗ ਔਰ ਕੇਅਰਲੈਸਨੈਸ ਸੱਚ ਐਜ਼ ਫਾਇਰ, ਥੈਫਟ ਔਰ ਫਲੱਡ। ਕਿ ਜਿਹੜਾ ਆਪਣੀ ਕੇਅਰਲੈਸਨੈਸ ਕਰਕੇ ਹੁੰਦਾ ਏ, ਜਿਹੜਾ ਆਪਣੇ ਹੱਥ ਦੇ ਵਿੱਚ ਹੁੰਦਾ, ਜਿਹਨੂੰ ਆਪਾਂ ਕੰਟਰੋਲ ਕਰ ਸਕਦੇ ਆ, ਉਹਨੂੰ ਕੀ ਬੋਲਦੇ ਆਪਾਂ, ਅਬਨੋਰਮਲ ਲਾਸ ਸੱਚ ਐਜ਼ ਫਾਇਰ, ਥੈਫਟ ਐਂਡ ਫਲੱਡ। ਇਹ 3 ਤਰ੍ਹਾਂ ਦੀਆਂ ਟਾਈਪਸ ਨੇ ਜਿਹੜਾ ਆਪਾਂ ਨੂੰ ਆਪਣੀ ਕੇਅਰਲੈਸਨੈਸ ਕਰਕੇ ਹੁੰਦਾ ਹੈ। ਨੈਕਸਟ ਆਪਣੇ ਕੋਲ ਕੀ ਹੈ ਬੇਟਾ, ਗੇਨ। ਕਿ ਜਿਹੜਾ ਬਿਜ਼ਨਸ ਨੂੰ ਪ੍ਰੋਫਿਟ ਹੋਏਗਾ ਅਨਵਾਂਟਡ, ਕਿ ਕਦੀ ਕਤਾਈ ਜਿਹੜਾ ਪ੍ਰੋਫਿਟ ਹੋਏਗਾ। ਫੋਰ ਐਗਜ਼ਾਮਪਲ ਆਪਾਂ ਕੋਈ ਐਸਟ ਪਰਚੇਜ਼ ਕੀਤੀ ਸੀ, ਆਫਟਰ 5 ਈਅਰ ਉਹਦੀ ਵੈਲਿਊ ਵੱਧ ਗਈ, ਉਹ ਜੋ ਆਪਾਂ ਨੂੰ ਐਸਟ ਨੂੰ ਸੈੱਲ ਕਰਨ ਦੇ ਉੱਪਰ ਜੋ ਪ੍ਰੋਫਿਟ ਹੋਏਗਾ ਉਹਨੂੰ ਕੀ ਬੋਲਾਂਗੇ ਆਪਾਂ, ਗੇਨ। ਕਿ ਬੇਟਾ ਇਹ ਸੀ ਆਪਣੇ ਕੋਲ ਫਸਟ 20 ਬੇਸਿਕ ਅਕਾਊਂਟਿੰਗ ਟਰਮਨੋਲੋਜੀਸ, ਜਿਹੜੀਆਂ ਕਿ ਆਪਾਂ ਬੇਸਿਕ ਟਰਮਸ ਯੂਜ਼ ਕਰਦੇ ਅਕਾਊਂਟਿੰਗ ਦੇ ਵਿੱਚ। ਬਾਕੀ ਜੋ ਨੈਕਸਟ ਨੇ ਆਪਾਂ ਉਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਓਕੇ, ਥੈਂਕ ਯੂ ਸੋ ਮਚ ਬੇਟਾ।